ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਕਾਇਮ ਰਹੀਏ, ਖੁਸ਼ ਰਹੀਏ, ਮਸਤ ਰਹੀਏ, ਖਿੜੇ ਖਿੜੇ ਰਹੀਏ। ਦੁੱਖ ਸੁੱਖ ਆਉਂਦੇ ਨੇ ਤੇ ਆਉਂਦੇ ਜਾਂਦੇ ਰਹਿਣਗੇ। ਚਿੱਤ ਨੂੰ ਟਿਕਾਣੇ ਰੱਖੀਏ, ਆਪਣੇ ਆਪ ਨੂੰ ਟਿਕਾਣੇ ਰੱਖੀਏ। ਦੁੱਖ ਵੱਖਰੇ ਵੱਖਰੇ ਰੂਪ ਲੈ ਕੇ ਆਉਂਦੇ ਨੇ, ਤੁਹਾਨੂੰ ਹਥਿਆਰ ਵੀ ਵੱਖਰੇ ਵੱਖਰੇ ਵਰਤਣੇ ਪੈਂਦੇ ਨੇ। ਨਵੀਂ ਸਵੇਰ ਦਾ ਨਵਾਂ ਸੁਨੇਹਾ। ਵੀਡੀਓ ਲਾਈਕ ਐਂਡ ਸ਼ੇਅਰ ਕਰਨਾ ਨਾਲ ਨਾਲ। ਹਾਲਾਤ ਬਦਲਦੇ ਨੇ, ਸਮਾਂ ਬਦਲਦਾ ਹੈ, ਟੈਕਨੀਕਸ ਬਦਲਣਗੀਆਂ, ਢੰਗ ਬਦਲੇਗਾ, ਤਰੀਕਾ ਬਦਲੇਗਾ। ਇੱਕ ਤਰੀਕੇ ਨਾਲ ਤੁਸੀਂ ਸਾਰਿਆਂ ਨੂੰ, ਸਭ ਨਾਲ ਡੀਲ ਨਹੀਂ ਕਰ ਸਕਦੇ। ਕੁਝ ਦਿਨ ਪਹਿਲਾਂ ਇੱਕ ਵੀਰ ਮਿਲੇ ਸੀ, ਉਹਨਾਂ ਦੀ ਪ੍ਰੋਬਲਮ ਕੋਈ ਫੈਮਿਲੀ ਚੱਲ ਰਹੀ ਸੀ। ਹੁਣ ਕਈਆਂ ਨੂੰ ਗੁੱਸੇ ਨਾਲ ਡੀਲ ਕਰਨਾ ਹੀ ਆਉਂਦਾ ਹੁੰਦਾ, ਖਿੱਚ ਕੇ ਡੀਲ ਕਰਨਾ ਹੀ ਆਉਂਦਾ ਹੁੰਦਾ, ਆਕੜ ਨਾਲ ਹੀ ਡੀਲ ਕਰਨਾ ਆਉਂਦਾ ਹੁੰਦਾ। ਅਸੀਂ ਤਾਂ ਕਰਾ ਲੈਂਦੇ ਹਾਂ, ਇੱਦਾਂ ਹੀ ਡੀਲ ਕਰਨਾ ਆਉਂਦਾ ਹੁੰਦਾ। ਵੱਡੀ ਪ੍ਰੋਬਲਮ ਪੈਂਦੀ ਹੈ। ਅਸੀਂ ਤਾਂ ਐਂ ਆ, ਅਸੀਂ ਤਾਂ ਕਰਾ ਲੈਂਦੇ ਹਾਂ। ਆਹ ਜਿਹੜੀ ਸੋਚ ਹੁੰਦੀ ਹੈ ਨਾ, ਚਾਹੇ ਇਹ ਪਰਸਨਲ ਸੋਚ ਹੋਵੇ, ਇੱਦਾਂ ਦੀ ਸੋਚ, ਤੇ ਚਾਹੇ ਕੌਮੀ ਪੱਧਰ 'ਤੇ ਹੋਵੇ, ਸਮਾਜ ਹੀ ਇੱਦਾਂ ਦਾ ਜਿਹੜੇ ਸੋਚਦੀ ਐ ਬਸ ਤਾਂ ਐਂ ਹੁੰਦੇ ਆ, ਕਰਾ ਲੈਂਦੇ ਆ, ਤਾਂ ਅੰਗੂਠਾ ਗਲ 'ਚ ਦਿੰਦੇ ਆ। ਇਹਦਾ ਮਤਲਬ ਇੱਕ ਹੀ ਤਰੀਕਾ ਆਉਂਦਾ ਹੈ। ਚਾਹੇ ਤੈਨੂੰ ਇਕੱਲੇ ਦੇ ਤੌਰ 'ਤੇ ਇਹ ਗੱਲ ਨੂੰ ਵੇਖ ਲਿਓ, ਚਾਹੇ ਸਮਾਜ ਦੇ ਤੌਰ 'ਤੇ। ਜਿਵੇਂ ਨਾ, ਧਿਆਨ ਨਾਲ ਸਮਝੋ ਬਈ, ਅਸੀਂ ਮਰੂਤੀ ਗੱਡੀ ਨੂੰ ਵੇਖਿਆ, ਉਹਦੇ ਨਾਲ ਤੁਹਾਨੂੰ ਹੋਰ ਤਰ੍ਹਾਂ ਡੀਲ ਕਰਨਾ ਪੈਣਾ। ਮਤਲਬ ਛੋਟੀ ਗੱਡੀ ਹੈ, ਇਹਨੂੰ ਕਿਵੇਂ ਚਲਾਉਣਾ। ਫੋਰਚੂਨਰ ਥੋੜ੍ਹੀ ਵੱਡੀ ਹੈ, ਸਪੇਸ ਜ਼ਿਆਦਾ ਚਾਹੀਦੀ ਹੈ, ਉਹਦੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਪੈਣਾ। ਹੁਣ ਕੰਬਾਈਨ ਨਾਲ ਕਿਵੇਂ ਡੀਲ ਕਰਨਾ ਪੈਣਾ। ਕੰਬਾਈਨ ਜਿਹੜੀ ਹੈ ਐਡੀ ਵੱਡੀ ਹੈ। ਹੁਣ ਜੇ ਤੂੰ ਗੱਡੀ ਵਾਂਗੂ ਉਹਦੇ ਨਾਲ ਡੀਲ ਕਰੇਗਾ ਤਾਂ ਪ੍ਰੋਬਲਮ ਪਏਗੀ। ਉਹਦੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਪੈਣਾ। ਰੋਡ ਰੂਲਰ ਮਿਲ ਜੇ ਤੁਹਾਨੂੰ ਕੋਈ, ਉਹਨੂੰ ਚਲਾਉਣਾ ਪੈ ਜੇ, ਉਹ ਤਾਂ ਤੁਰਦਾ ਹੀ ਨਹੀਂ, ਉਹਦੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਪੈਣਾ। ਜੇ ਤੂੰ ਕਾਰ ਵਾਂਗੂ ਰੋਡ ਰੂਲਰ ਨਾਲ ਡੀਲ ਕਰੇਗਾ ਤਾਂ ਪੈ ਗਈ ਪ੍ਰੋਬਲਮ। ਸਮਝਦੇ ਹੋ? ਤੁਹਾਨੂੰ ਹਰ ਚੀਜ਼ ਦੇ ਨਾਲ ਵੱਖਰੇ ਤਰੀਕੇ ਨਾਲ ਡੀਲ ਕਰਨਾ ਪੈਂਦਾ। ਤਰੀਕਾ ਵੱਖਰਾ, ਟੈਕਨੀਕ ਵੱਖਰੀ ਹੈ। ਕਿਸੇ ਬੰਦੇ ਨਾਲ ਕਿਸੇ ਤਰੀਕੇ ਨਾਲ ਡੀਲ ਕਰਨਾ ਪੈਂਦਾ, ਕਿਸੇ ਬੰਦੇ ਨਾਲ ਕਿਸੇ ਤਰੀਕੇ ਨਾਲ ਡੀਲ ਕਰਨਾ ਪੈਂਦਾ। ਪਰ ਜੇ ਤੁਸੀਂ ਕਿਸੇ ਬੰਦੇ ਨਾਲ ਡੀਲ ਕਰਨੀ ਹੈ, ਪਹਿਲਾਂ ਤੁਹਾਨੂੰ ਉਹ ਬੰਦੇ ਨੂੰ ਪੂਰਾ ਸਮਝਣਾ ਪਵੇਗਾ ਵੀ ਮੈਂ ਇਹਦੇ ਨਾਲ ਡੀਲ ਕਰਾਂ ਕਿਵੇਂ। ਤੁਹਾਨੂੰ ਪਹਿਲਾਂ ਗੱਡੀ ਨੂੰ ਪੂਰਾ ਸਮਝਣਾ ਪਏਗਾ, ਕੰਬਾਈਨ ਨੂੰ ਪੂਰਾ ਸਮਝਣਾ ਪਏਗਾ, ਕਿੱਡੀ ਇਹ ਵੱਡੀ ਹੈ, ਕਿੰਨਾ ਇਹ ਥਾਂ ਮਲਦੀ ਹੈ, ਕਿੰਨੀ ਇਹਦੀ ਸਪੀਡ ਹੈ, ਕਿਵੇਂ ਇਹ ਚੱਲਦੀ ਹੈ। ਫਿਰ ਤੁਸੀਂ ਉਹਦੇ ਨਾਲ ਡੀਲ ਕਰੋਗੇ, ਚਲਾਓਗੇ। ਇਸੇ ਤਰ੍ਹਾਂ ਜਹਾਜ਼ ਨਾਲ ਵੱਖਰੇ ਤਰੀਕੇ ਨਾਲ ਡੀਲ ਕਰਨਾ ਪੈਣਾ ਪਾਇਲਟ ਨੂੰ। ਪਾਇਲਟ ਗੱਡੀ ਵਾਂਗੂ ਜਹਾਜ਼ ਨਾਲ ਡੀਲ ਨਹੀਂ ਕਰ ਸਕਦਾ। ਉਹਨੂੰ ਵੇਖਣਾ ਪੈਣਾ, ਜਹਾਜ਼ ਨੂੰ ਸਮਝਣਾ ਪੈਣਾ, ਉਹਦੀ ਸਪੀਡ, ਉਹਦੀ ਉਚਾਈ, ਸਭ ਕੁਝ ਸਮਝ ਕੇ ਫਿਰ ਉਹਦੇ ਨਾਲ ਡੀਲ ਕਰਨਾ ਪੈਣਾ। ਇਸ ਕਰਕੇ ਸਮਾਜ ਨੂੰ ਪਹਿਲਾਂ ਸਮਝਣਾ ਪੈਂਦਾ, ਫਿਰ ਉਹਦੇ ਨਾਲ ਡੀਲ ਕਰਨਾ ਪੈਂਦਾ। ਆਪਣੇ ਆਪ ਨੂੰ ਵੀ ਪਹਿਲਾਂ ਸਮਝਣਾ ਪੈਂਦਾ। ਜੇ ਤੁਸੀਂ ਆਪਣੇ ਆਪ ਦੇ ਵਿੱਚ ਕੁਝ ਚੇਂਜਿੰਗ ਲਿਆਉਣੀ ਹੈ, ਪਹਿਲਾਂ ਸਮਝ ਤੇ ਲਓ ਆਪਣੇ ਆਪ ਨੂੰ। ਤੁਸੀਂ ਹੈ ਕਿੱਦਾਂ ਦੇ ਹੋ, ਕਿਹੜੀ ਤੁਹਾਡੀ ਪਰਸਨੈਲਿਟੀ ਹੈ, ਕਿਸ ਤਰ੍ਹਾਂ ਦੀ। ਆਪਣੇ ਆਪ ਨੂੰ ਪਹਿਲਾਂ ਵੇਖ ਲਓ ਵੀ ਤੁਹਾਡੀ ਪਰਸਨੈਲਿਟੀ ਹੈ ਕਿਵੇਂ ਦੀ, ਫਿਰ ਉਹਦੇ ਨਾਲ ਡੀਲ ਕਰਾਂਗੇ। ਤੁਹਾਡੇ ਵਿੱਚ ਪ੍ਰੋਬਲਮਾਂ ਕਿਹੜੀਆਂ ਨੇ, ਉਹਨਾਂ ਨੂੰ ਫਿਰ ਠੀਕ ਕਰਾਂਗੇ। ਪਰ ਪਹਿਲਾਂ ਵੇਖ ਤਾਂ ਲਓ ਆਪਣੇ ਆਪ ਨੂੰ। ਇਸੇ ਤਰ੍ਹਾਂ ਸਮਾਜ ਨੇ, ਕਿਸੇ ਬੰਦੇ ਨਾਲ ਕਿਵੇਂ ਡੀਲ ਕਰਨਾ ਪੈਂਦਾ, ਕਿਸੇ ਨਾਲ ਕਿਵੇਂ ਕਰਨਾ ਪੈਂਦਾ। ਇੱਕ ਤਰੀਕਾ ਹੀ ਜੇ ਤੈਨੂੰ ਆਉਂਦਾ, ਤੈਨੂੰ ਹੁਣ ਮਰੂਤੀ ਆਉਂਦੀ, ਤੂੰ ਕਵੇਂ ਮੈਂ ਤਾਂ ਡੀਲ ਕਰਨੀ ਆਉਂਦੀ ਹੈ, ਮੈਂ ਤਾਂ ਜਹਾਜ਼ ਨਾਲ ਵੀ ਇੱਦਾਂ ਹੀ ਕਰ ਲੈਣੀ, ਐਂ ਥੋੜ੍ਹਾ ਹੋਣਾ। ਮੈਂ ਤਾਂ ਟ੍ਰੇਨ ਨਾਲ ਵੀ ਇੱਦਾਂ ਹੀ ਕਰ ਲੈਣੀ ਹੈ, ਐਵੇਂ ਥੋੜ੍ਹਾ ਹੋ ਜਾਣਾ। ਮੈਂ ਰੋਡ ਰੂਲਰ ਚਲਾਉਣਾ, ਮੈਂ ਵੀ ਮਰੂਤੀ ਵਾਲਾ ਹੀ ਕੰਮ ਕਰਨਾ, ਐ ਨਹੀਂ ਨਾ ਹੋਣਾ। ਚੀਜ਼ ਵੱਖਰੀ ਹੈ ਤੇ ਤੈਨੂੰ ਟੈਕਨੀਕ ਵੀ ਵੱਖਰੀ ਵਰਤਣੀ ਪੈਣੀ, ਜੁਗਤ ਢੰਗ ਤਰੀਕਾ ਵੱਖਰਾ ਵਰਤਣਾ ਪੈਣਾ। ਹੁਣ ਮਾਰ ਅਸੀਂ ਕਦੋਂ ਖਾਂਦੇ ਹਾਂ? ਬਿਨਾਂ ਸਮਝੇ ਡੀਲ ਕਰਦੇ। ਵਿਆਹ ਹੋ ਗਿਆ, ਕਦੇ ਬੰਦਾ ਵਾਈਫ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ, ਉਵੇਂ ਹੀ ਡੀਲ ਕਰਦਾ ਜਿਵੇਂ ਮਾਂ ਨੂੰ ਕਰਦਾ ਸੀ, ਜਿਵੇਂ ਭੈਣ ਨੂੰ ਕਰਦਾ ਸੀ, ਡੀਲ ਕਰਦਾ ਸੀ। ਮਤਲਬ
ਮੰਮੀ ਰੋਟੀ ਲਿਆ ਦੇ, ਬੀਬੀਏ ਐਂ ਕਿਉਂ ਨਹੀਂ ਕੀਤਾ, ਐਂ ਨਹੀਂ ਕੀਤਾ, ਆਹ ਨਹੀਂ ਕੀਤਾ, ਉਵੇਂ ਹੀ ਘਰ ਵਾਲੀ ਨਾਲ ਡੀਲ ਕਰਦਾ। ਪਰ ਉਹ ਹੋਰ ਹਿਸਾਬ ਦੀ ਸੀ। ਉਹਨੂੰ ਸਮਝਣਾ ਪਹਿਲਾਂ ਧਿਆਨ ਨਾਲ, 2-4 ਮਹੀਨੇ ਲਾ ਕੇ ਉਹਨੂੰ ਸਮਝੋ ਵੀ ਕਿਸ ਟਾਈਪ ਦੀ ਹੈ, ਕਿਸ ਤਰ੍ਹਾਂ ਦੀ ਸੋਚ ਹੈ, ਫਿਰ ਉਹਦੇ ਨਾਲ ਡੀਲ ਕਰੋ। ਪਿਤਾ ਨਾਲ ਡੀਲ, ਹੁਣ ਕਈ ਪੇਕੇ ਘਰ ਵਿੱਚ ਮਾਂ ਨਾਲ ਡੀਲ ਕਰਦੀਆਂ ਸੀ ਲੜਕੀਆਂ, ਭਰਜਾਈਆਂ ਨਾਲ ਡੀਲ ਕਰਦੀਆਂ। ਜਦੋਂ ਵਿਆਹੀਆਂ ਗਈਆਂ ਉੱਥੇ ਜਾ ਕੇ ਵੀ ਉਹਨਾਂ ਨੇ ਉਵੇਂ ਡੀਲ ਕੀਤਾ, ਪ੍ਰੋਬਲਮ ਪੈ ਗਈ। ਉਹਨਾਂ ਨੂੰ ਸੱਸ ਨੂੰ ਸਮਝਣਾ ਪੈਣਾ ਵੀ ਸੱਸ ਕਿਸ ਸੁਭਾਅ ਦੀ ਹੈ। ਨੇਚਰ ਦੇ ਵਿੱਚ ਹਰ ਕੋਈ ਵੱਖਰਾ, ਕੁਦਰਤ ਵੱਖਰੀ, ਤੇ ਉਹਨੂੰ ਫਿਰ ਸਮਝ ਕੇ ਉਹਦੇ ਨਾਲ ਡੀਲ ਕਰਨਾ ਪੈਣਾ। ਮੇਰੀ ਸੱਸ ਦਾ ਸੁਭਾਅ ਡਿਫਰੈਂਟ ਹੈ, ਮਾਂ ਦਾ ਸੁਭਾਅ ਵੱਖਰਾ ਹੈ। ਮਾਂ ਨਾਲ ਮੈਂ ਇੱਦਾਂ ਡੀਲ ਕਰਦੀ ਸੀ, ਸੱਸ ਨਾਲ ਮੈਨੂੰ ਹੁਣ ਥੋੜ੍ਹਾ ਜਿਹਾ ਇੱਦਾਂ ਡੀਲ ਕਰਨਾ ਪੈਣਾ। ਇਹੀ ਤੁਹਾਡੀ ਸਮਝ ਹੈ, ਇਹੀ ਤੁਹਾਡਾ ਗਿਆਨ ਹੈ, ਇਹੀ ਤੁਹਾਡੀ ਨੌਲੇਜ ਹੈ, ਇਹੀ ਤੁਹਾਡਾ ਅਕਲ ਦਾ ਪੱਧਰ, ਇੱਥੋਂ ਹੀ ਤੁਹਾਡਾ ਪਤਾ ਲੱਗਣਾ ਕਿਵੇਂ ਕਿਸੇ ਚੀਜ਼ ਨਾਲ ਡੀਲ ਕਰਨਾ, ਇਹੀ ਸਿੱਖਣਾ। ਕਈ ਚੀਜ਼ਾਂ ਬਹੁਤ ਸੌਫਟ ਹੁੰਦੀਆਂ ਨੇ, ਕਈ ਬਹੁਤ ਹਾਰਡ ਹੁੰਦੀਆਂ ਨੇ। ਹੁਣ ਦੋਨਾਂ ਨਾਲ ਤਰੀਕਾ ਵੱਖਰਾ ਡੀਲ ਕਰਨ ਦਾ, ਵੱਖਰਾ ਤਰੀਕਾ ਨਾ ਤਰੀਕਾ ਆਉਣ ਕਰਕੇ ਫਿਰ ਜ਼ਿੰਦਗੀ ਬੜੀ ਪਰੇਸ਼ਾਨ ਹੋ ਜਾਂਦੀ ਹੈ, ਇਰੀਟੇਸ਼ਨ ਵੱਧਦੀ ਹੈ, ਫਰਸਟ੍ਰੇਟ ਹੋ ਜਾਂਦੇ ਹਾਂ, ਅਸੀਂ ਵਿਆਕੁਲ ਹੋ ਜਾਂਦੇ ਹਾਂ, ਭੜਕਦੇ ਹਾਂ। ਇਹ ਮੇਰੇ ਮੁਤਾਬਕ ਕਿਉਂ ਨਹੀਂ ਗੱਡੀ ਚੱਲ ਰਹੀ? ਇਹ ਵੱਖਰੀ ਗੱਡੀ ਹੈ। ਜਿਹੜੀ ਤੇਰੇ ਮੁਤਾਬਕ ਚੱਲਦੀ ਸੀ ਉਹ ਤੇਰੇ ਘਰ ਖੜੀ ਹੈ, ਇਹ ਹੋਰ ਹੈ। ਜਿਹੜੀ ਤੇਰੇ ਮੁਤਾਬਕ ਚੱਲਦੀ ਸੀ ਉਹ ਤਾਂ ਤੇਰਾ ਸਾਈਕਲ ਸੀ, ਉਹ ਤੇਰੀ ਪਰਸਨਲ ਗੱਡੀ ਉਹ ਖੜੀ ਹੈ, ਪਰ ਇਹ ਹੋਰ ਹੈ, ਇਹ ਤੇਰੇ ਮੁਤਾਬਕ ਨਹੀਂ ਚੱਲਣੀ। ਇਸ ਤਰ੍ਹਾਂ ਜ਼ਿੰਦਗੀ ਹੈ, ਦੁਨੀਆ ਹਰ ਤਰ੍ਹਾਂ ਦੇ ਲੋਕ ਨੇ ਇੱਥੇ, ਵੱਖਰੇ 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 ਵੱਖਰੀਆਂ ਵੱਖਰੀਆਂ ਕਿਸਮਾਂ। ਕਈਆਂ ਤੋਂ ਫਿਰ ਤੈਨੂੰ ਪਿੱਛੇ ਹਟਣਾ ਪੈਣਾ ਵੀ ਇਹਦੇ ਨਾਲ ਤਾਂ ਮੈਂ ਡੀਲ ਕਰ ਹੀ ਨਹੀਂ ਸਕਣੀ। ਜੇ ਹੁਣ ਮੈਂ ਜਹਾਜ਼ ਦੇ ਕੋਲ ਜਾਵਾਂ, ਮੈਂ ਕਹਾਂ ਪਰੇ ਹਟ ਜਾਓ ਬਈ, ਇਹ ਤਾਂ ਕਦੇ ਵੀ ਨਹੀਂ। ਕੰਬਾਈਨ ਪੰਗਾ ਲੈ ਸਕਦੇ ਹਾਂ, ਕੰਬਾਈਨ ਚਲਾ ਸਕਦੇ ਹਾਂ, ਕਦੇ ਕੋਈ ਛੋਟੀ ਮੋਟੀ ਗੱਡੀ ਚਲਾ ਲਾਂਗੇ। ਜਹਾਜ਼ ਦਾ ਤਾਂ ਸਾਡੇ ਨੇੜੇ ਤੇੜੇ ਵੀ ਨਹੀਂ। ਹਾਂ, ਸਾਨੂੰ ਪਿੱਛੇ ਹਟਣਾ ਪੈਂਦਾ ਨਾ। ਕੁਛ ਬੰਦਿਆਂ ਤੋਂ ਤੁਹਾਨੂੰ ਪਿੱਛੇ ਹਟਣਾ ਪਏਗਾ ਵੀ ਆਹ ਨਸਲ ਹੈ, ਜਿਹੜੀ ਬਰੀਡ ਹੈ, ਇਹ ਡਿਫਰੈਂਟ ਹੈ, ਇਹਦੇ ਨਾਲ ਮੇਰੇ ਤੋਂ ਡੀਲ ਹੋਣੀ ਹੋਈ ਨਹੀਂ, ਪਿੱਛੇ ਹਟ ਜਾਓ। ਘਰ ਵਾਲੀ ਵੀ ਇੱਦਾਂ ਦੀ ਆ ਸਕਦੀ ਵੀ ਇਹ ਤਾਂ ਸਮਝ ਤਾਂ ਮੈਂ ਗਿਆ 6 ਮਹੀਨੇ ਲਾ ਕੇ, ਪਰ ਇਹਦੇ ਨਾਲ ਮੇਰੇ ਤੋਂ ਡੀਲ ਹੋਣੀ ਨਹੀਂ, ਪਿੱਛੇ ਹਟ ਜਾਓ। ਘਰ ਵਾਲੀ ਘਰ ਵਾਲੇ ਤੋਂ ਪਿੱਛੇ ਹਟ ਸਕਦੀ ਹੈ, ਪਰ ਜੇ ਸਮਾਜ ਵਿੱਚ ਚੱਲਣਾ, ਪਹਿਲਾਂ ਕਿਸੇ ਚੀਜ਼ ਨੂੰ ਪੂਰੀ ਤਰ੍ਹਾਂ ਸਮਝਣਾ, ਉਹਦੇ ਬਾਰੇ ਜਾਣਨਾ, ਫਿਰ ਉਹਦੇ ਨਾਲ ਡੀਲ ਕਰਨਾ, ਫਿਰ ਗੱਲ ਬਣਦੀ। ਸਿਲੰਡਰ ਨਾਲ ਹੋਰ ਤਰ੍ਹਾਂ ਡੀਲ, ਸਿਲੰਡਰ ਨਾਲ, ਚੁੱਲ੍ਹਾ ਜਿਹੜਾ ਉਹਦੇ ਨਾਲ ਹੋਰ ਤਰ੍ਹਾਂ ਡੀਲ ਕਰਨਾ ਪੈਂਦਾ। ਲੱਕੜਾਂ ਦੀ ਅੱਗ ਨਾਲ ਹੋਰ ਤਰ੍ਹਾਂ। ਇਹ ਬੀਬੀਆਂ ਨੂੰ ਪਤਾ ਹੁੰਦਾ ਨਾ ਵੀ ਲੱਕੜਾਂ ਦੀ ਅੱਗ ਕਿੰਨੀ ਹੈ, ਕਿਵੇਂ ਹੈ, ਚੁੱਲ੍ਹੇ ਵਾਲੀ ਕਿਵੇਂ ਹੈ, ਹੀਟਰ ਵਾਲੀ ਕਿਵੇਂ ਹੈ, ਵੱਖਰੇ ਵੱਖਰੇ ਤਰੀਕੇ ਨੇ। ਸਿਆਣੀਆਂ ਬੀਬੀਆਂ ਵੱਖਰੇ ਵੱਖਰੇ ਢੰਗ ਨਾਲ ਹਰ ਚੀਜ਼। ਦਾਲ ਹੋਰ ਤਰ੍ਹਾਂ ਬਣਨੀ ਹੈ, ਛੋਲਿਆਂ ਦੀ ਨੇ 8 ਸੀਟੀਆਂ ਵੀ ਲਵਾ ਲੈਣੀਆਂ, ਤੇ ਮੂੰਗੀ ਦੀ 1 ਸੀਟੀ ਮਸਾਂ ਭਾਲਦੀ। ਮੂੰਗੀ ਦੀ ਦਾਲ ਤੇ 1 ਸੀਟੀ ਨਾਲ ਬਣ ਜਾਂਦੀ, ਘੁਲ ਜਾਂਦੀ ਜੇ 2 ਮਰਵਾਤੀਆਂ 3 ਮਰਵਾਤੀਆਂ। ਤੇ ਛੋਲਿਆਂ ਵਾਲੀ ਨੇ 8 ਸੀਟੀਆਂ ਵੀ ਲਵਾ ਲੈਣੀਆਂ, 10 ਵੀ ਲਵਾ ਜਾਂਦੀ, ਕਈ ਵਾਰੀ 12 ਸੀਟੀਆਂ ਵੀ ਵੱਜ ਸਕਦੀਆਂ। ਸਮਝਦੇ ਆ ਨਾ ਗੱਲ? ਹੁਣ ਜੇ ਇੱਕ ਦਾਲ ਦੂਜੀ ਦਾਲ ਇੱਕੋ ਜਿਹੀ ਡੀਲ ਕਰ ਲਓਗੇ, ਬਸ ਗਿਆ ਕੰਮ, ਹੋ ਗਿਆ ਨੁਕਸਾਨ। ਤਰੀਕਾ ਸਿੱਖੋ ਜ਼ਿੰਦਗੀ 'ਚ ਜੀਣ ਦਾ। ਹਰ ਬੰਦੇ ਨੂੰ ਪਹਿਲਾਂ ਸਮਝੀਦਾ, ਪਹਿਲਾਂ ਧਿਆਨ ਨਾਲ ਟਿਕ ਜੀਦਾ, ਪਹਿਲਾਂ ਸਮਝੀਦਾ। 4-6 ਮਹੀਨੇ ਲੱਗਣਗੇ ਇਹਨੂੰ ਸਮਝਣਾ ਪੈਣਾ ਪਹਿਲਾਂ, ਫਿਰ ਵਰਤ ਲਾਂਗੇ। ਖੁਸ਼ ਰਹੋ, ਰਾਜੀ ਰਹੋ, ਚੜ੍ਹਦੀ ਕਲਾ ਰਹੋ। ਅੱਜ ਕਿਤਾਬਾਂ ਬਹੁਤ ਸਮਝਣੀਆਂ ਆਉਂਦੀਆਂ ਨੇ, ਪਰ ਬੰਦੇ ਨਹੀਂ ਸਮਝਣੇ ਆਉਂਦੇ। ਪੁਰਾਣੇ ਲੋਕੀ ਸਮਝ ਜਾਂਦੇ ਸੀ ਇੱਕ ਦੂਜੇ ਨੂੰ, ਤੇ ਦਿਨ ਵੀ ਕੱਟ ਲੈਂਦੇ ਸੀ, ਜ਼ਿੰਦਗੀ ਕੱਟ ਜਾਂਦੀ ਸੀ। ਸਾਡੀਆਂ ਮਾਵਾਂ ਸਮਝ ਜਾਂਦੀਆਂ ਸੀ ਵੀ ਉਹਦਾ ਚਿਹਰਾ ਕੀ ਕਹਿੰਦਾ ਘਰ ਵਾਲੇ ਦਾ। ਅੱਜ ਕੱਲ੍ਹ ਸਮਝ ਹੈ ਹੀ ਨਹੀਂ, ਫੋਨਾਂ 'ਚ ਬੜੇ ਰਹਿੰਦੇ ਹਾਂ, ਇੱਕ ਦੂਜੇ ਨੂੰ ਸਮਝਦੇ ਅਸੀਂ ਹੈ ਨਹੀਂ। ਧਿਆਨ ਰੱਖੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।